ਵਾਹਿਗੁਰੂ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦਵੰਦ, ਰਾਮਦਾਸ ਅਰਜਨ ਗੁਰੂ, ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਵਿੰਦ। जिस में अमृत ज्ञान है, माणिक भगत वैराग। श्री गुरु ग्रंथ साहिब ओदद, बंदों कर अनुराग। एक अंकारा सतगुरु, जेह प्रसाद सच होए। वाहिगुरु जी की फतेह है, विघ्न विनाशन सोय। वाहिगुरु जी की फतेह है, विघ्न विनाशन सोए। जुगो जुग टल चवर छतर तख्त दे मालक, गुरता गद्दी ते विराजमान दसां पातशाहियां दी जोत। सतगुरु श्री गुरु ग्रंथ साहिब जी महाराज जी की पावन हजूरी अंदर सुभायमान सत्कारयोग गुरु प्यारी संगत जीओ, आप जी ये जो गुरमत समागम सरबत दे भले दे लई समुची अफगानिस्तान काबल यूके की संगत दे वल्लों बड़ी ही शरधा भावना दे नाल मनाया जा रहा है। उस विच अपनियां हाजरियां लवा रहे हो। मेरे तो पहला सचखंड श्री हरमंदर साहिब, श्री दरबार साहिब दे हजूरी कीर्तनीय जिन्हों सुनने दे लई कन तरसते रहंदे है, जिन्हां दे दर्शन भी दुर्लभ हैं। बहुत ही सत्कारयोग भाई बलविंदर सिंह जी लोपो के हजूरी कीर्तनीय सचखंड श्री हरमंदर साहिब, उन्होंने आप जी नूं मनोहर अमृतमय पावन गुरबाणी का कीर्तन सरवण करवाया। और मेरे तो पहला स्टेज सैकटरी भाई बलदीप सिंह जी ने गुरमुखो बड़े ही भावपूर्त शब्दों विच अजोके समय दे विच दरपेश मुश्किलां जिन्हां दा असीं सामना कर रहे हैं, उन्हां दा जिक्र करते हुए सानूं उन्होंने आख्या कि गुरमुखो थोड़ा संभलिए। मैं अपने दिल की अपनी जो भावना मेरी गुरमुखो है, काबल अफगानिस्तान की संगत दे कोल जो सिक्खी है, मेरा तुहाडी सिक्खी अगे सिर चुकता है। मैं गल उत्तों जुबान तो नहीं कह रहा, मैं अंदरों कह रहा। सच ये है, जिहड़े हालातां दे विच काबल की संगत, अफगानिस्तान की संगत गुरु नानक की सिक्खी नूं सामी बैठी है ना, तो गुरमुखो ये अपने आप दे विच इतिहास है। दुनिया याद करेगी कि गुरु क्या सिखा ने, आपां पुराना इतिहास सुनाउने आ ना, कि उन्होंने सिर दत्ते, उन्होंने पल पल जान का खतरा सी। औखे वेलियां विच उन्हां दे सिरां दे मुल पैंदे सन। ये पंजाब की धरती दी आपां इतिहासक घटनावां सुनाउने आ, पर जिथों अफगानिस्तान काबल की गल करिए, जिथे कोई अपना ना होवे,
ਪਤਾ ਹੀ ਨਹੀਂ ਕਿਹੜੇ ਵੇਲੇ ਕੀ ਮਾਹੌਲ ਆ ਜਾਏ। ਐਸੇ ਮਾਹੌਲ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਗੱਲ ਔਰ ਸਿੱਖੀ ਨੂੰ ਸਾਂਭ ਕੇ ਰੱਖਣਾ। ਸੱਚ ਜਾਣਿਓ, ਮੈਨੂੰ ਕੱਲ੍ਹ ਗੁਰਮੁਖ ਦੱਸ ਰਹੇ ਸਨ, ਮੈਂ ਤੁਹਾਡੇ ਵਿੱਚ ਇਹ ਚੀਜ਼ ਵੇਖੀ, ਮੇਰਾ ਅੰਦਰੋਂ ਮਨ ਭਰ ਆਇਆ। ਮੈਂ ਉਹਨਾਂ ਨੂੰ ਆਖਿਆ, ਸਰਦਾਰ ਤੀਰ ਸਿੰਘ ਹੋਣੀ ਮਿਲੇ ਸਨ। ਮੈਂ ਕਿਹਾ ਬੜੀ ਤਰੱਕੀ ਕਰ ਲਈ ਆ ਤੁਸੀਂ। ਬਾਹਰ ਆ ਕੇ ਉਹਨਾਂ ਦਾ ਗਲਾ ਭਰਿਆ ਆ, ਅੱਖਾਂ 'ਚ ਹੰਝੂ ਆ ਗਏ। ਕਹਿੰਦੇ ਗਿਆਨੀ ਜੀ, ਸਾਡੀ ਜਿਹੜੀ ਕਾਬਲ ਦੀ ਸੰਗਤ, ਅਫਗਾਨਿਸਤਾਨ ਦੀ ਸੰਗਤ ਹੈ, ਸਾਡੀ ਸੰਗਤ ਦੀ ਇੱਕ ਖਾਸੀਅਤ ਹੈ। ਮੈਂ ਕਿਹਾ ਕੀ? ਕਹਿੰਦੇ ਗਿਆਨੀ ਜੀ, ਸਾਡੇ ਜਿਹੜੇ ਗੁਰਸਿੱਖ ਨੇ, ਅਫਗਾਨਿਸਤਾਨ ਕਾਬਲ ਦੀ ਜਿਹੜੀ ਸੰਗਤ ਹੈ, ਸਾਡੀ ਸੰਗਤ ਇਹ ਨਹੀਂ ਵੇਖਦੀ ਸਾਡੇ ਕੋਲ ਪੈਸੇ ਕਿੰਨੇ ਕੁ ਆ ਗਏ। ਸਾਡਾ ਅੱਜ ਵੀ ਹਰੇਕ ਗੁਰਸਿੱਖ, ਹਰੇਕ ਪਰਿਵਾਰ ਇਹ ਵੇਖਦਾ ਹੈ ਅਸੀਂ ਜਿਹੜੀ ਗੁਰੂ ਨਾਨਕ ਦੀ ਸਿੱਖੀ ਹੈ ਕਿੰਨੀ ਕੁ ਸਾਂਭੀ ਹੈ। ਕਹਿੰਦੇ ਅਸੀਂ ਅੱਜ ਵੀ ਕਈ ਵਾਰ ਜਦੋਂ ਬੈਠਦੇ ਹਾਂ, ਆਪਸ ਵਿੱਚ ਗੱਲ ਕਰਦੇ ਹਾਂ, ਸਾਡੇ ਕਿੰਨੇ ਕੁ ਬੱਚੇ, ਕਿੰਨੇ ਕੁ ਪਰਿਵਾਰ ਸਿੱਖੀ ਤੋਂ ਦੂਰ ਹੋ ਗਏ ਹੈ। ਤੇ ਕਹਿੰਦੇ ਜਦੋਂ ਅਸੀਂ ਘਰ-ਬਾਰ ਦੀ ਗੱਲ ਕਰਦੇ ਹਾਂ, ਪਰਿਵਾਰ ਦੀ ਗੱਲ ਕਰਦੇ ਹਾਂ, ਪੈਸੇ ਦੀ ਗੱਲ ਕਰਦੇ ਹਾਂ ਵੀ ਬਹੁਤ ਕਮਾ ਲਿਆ ਹੈ, ਕਹਿੰਦੇ ਅਸੀਂ ਅੱਜ ਵੀ ਬਹਿ ਕੇ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਬਹੁਤ ਕੁਝ ਕਮਾਇਆ, ਪਰ ਦੁਨੀਆ ਦੀ ਕਮਾਈ ਸਾਡੇ ਲਈ ਕੌਡੀਆਂ ਬਰਾਬਰ ਹੈ। ਜੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਗਵਾਚ ਗਈ, ਅਸੀਂ ਸਮਝਦੇ ਹਾਂ ਕੌਡੀਆਂ ਖਰੀਦ ਕੇ ਅਸੀਂ ਹੀਰੇ ਗਵਾ ਲਏ। ਗੁਰਮੁਖੋ, ਤੁਹਾਡੀ ਇਹ ਸੱਚੀ ਸ਼ਰਧਾ, ਸੱਚੀ ਭਾਵਨਾ ਅੱਗੇ ਮੈਂ ਸਜਦਾ ਕਰਦਾ। ਸੱਚ ਹੈ ਇਹ ਕਿ ਐਸੇ ਔਖੇ ਔਂਕੜਾਂ ਦੇ ਵਿੱਚੋਂ ਗੁਰੂ ਨਾਨਕ ਦੀ ਸਿੱਖੀ ਨੂੰ ਸਾਂਭਿਆ। ਔਰ ਜਿੱਥੇ ਵੀਰਾਂ ਦਾ, ਕਾਬਲ ਦੀ ਸੰਗਤ ਭਾਵੇਂ ਪੰਜਾਬ ਵਿੱਚ, ਦਿੱਲੀ ਵਿੱਚ ਕਈ ਵਾਰ ਤੁਹਾਡੇ ਉੱਥੇ ਜਾਈਦਾ, ਜਾਂ ਨਨਕਾਣਾ ਸਾਹਿਬ ਜਿਹੜਾ ਪੰਜਾ ਸਾਹਿਬ ਸਮਾਗਮ ਕਰਦੇ ਉਹਦੇ ਵਿੱਚ ਵੀ ਹਾਜ਼ਰੀ ਭਰੀ ਦਾਸ ਨੇ। ਮੈਂ ਇੱਕ ਗੱਲ ਵੇਖੀ ਹੈ ਕਿ ਕਾਬਲ, ਅਫਗਾਨਿਸਤਾਨ ਦੀ ਜਿੰਨੀ ਸੰਗਤ ਹੈ, ਇਹ ਕਹਿੰਦੇ ਜੇ ਸਾਡੇ ਬੱਚੇ ਦੇ ਕੋਈ ਬੱਚਾ ਕੇਸ ਕਿਤੇ ਕਤਲ ਕਰਾ ਦੇਵੇ ਨਾ, ਜਦੋਂ ਕਹਿੰਦੇ ਗਿਆਨੀ ਜੀ ਸਾਡੇ ਇੱਕ ਬੱਚੇ ਨੇ ਕੇਸ ਕਤਲ ਕਰਾ ਦਿੱਤੇ, ਉਹ ਮਾਣ ਨਹੀਂ ਮਹਿਸੂਸ ਕਰਦੇ। ਉਹ ਕਹਿੰਦੇ ਸਾਨੂੰ ਕਹਿੰਦੇ ਸ਼ਰਮ ਹੁੰਦੀ ਹੈ ਕਿ ਸਾਡਾ ਉਹ ਵੀ ਬੱਚਾ ਹੈ, ਅਸੀਂ ਸਮਝਦੇ ਹਾਂ ਕਿ ਸਾਡਾ ਇੱਕ ਪੁੱਤ ਸਾਡੇ ਤੋਂ ਦੂਰ ਚਲਾ ਗਿਆ। ਗੁਰਮੁਖੋ, ਇਹੀ ਤਾਂ ਅਸਲ ਸਿੱਖੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਜਿਵੇਂ ਭਾਈ ਸਾਹਿਬ ਕਹਿ ਰਹੇ ਸੀ ਨਾ, ਭੈਣਾਂ ਨੂੰ ਬੇਨਤੀ ਹੈ ਇਕਾਗਰਤਾ ਨਾਲ ਸੁਣਿਆ ਕਰੋ। ਤੁਸੀਂ ਨਹੀਂ ਹੈ, ਤੁਸੀਂ ਉਹ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਖਸ਼ਿਸ਼ਾਂ ਦੇਣੀਆਂ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਨੂੰ ਗਏ ਹੈ, ਮਾਤਾ ਜੀ ਨੇ, ਮਾਤਾ ਭਾਨੀ ਨੇ ਅਸੀਸ ਦਿੱਤੀ ਸੀ, ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਮੈਨੂੰ ਇਹ ਵੀ ਦੱਸਿਆ ਗਿਆ ਕਿ ਅਫਗਾਨਿਸਤਾਨ ਦੇ ਵਿੱਚ ਲੜਕੀਆਂ ਨੂੰ, ਬੱਚੀਆਂ ਨੂੰ ਪੜ੍ਹਨ ਦਾ ਬੈਨ ਸੀ, ਪੜ੍ਹਾਈ ਨਹੀਂ ਸੀ ਦਿੱਤੀ ਜਾਂਦੀ। ਪਰ ਫਿਰ ਵੀ ਮੈਂ ਸਮਝਦਾ ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੀਆਂ ਬੱਚੀਆਂ ਨੇ, ਸਾਡੀਆਂ ਮਾਤਾਵਾਂ ਨੇ। ਗੁਰਮੁਖੋ, ਇਹ ਸ਼ਾਬਾਸ਼ ਹੈ, ਤੁਹਾਡੀ ਹਿੰਮਤ ਹੈ। ਉਹਨਾਂ ਨੂੰ ਭਾਵੇਂ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਸੀ ਦਿੱਤੀ ਗਈ, ਪਰ ਅੱਜ ਮੈਂ ਜਦ ਵੇਖਦਾ ਨਾ ਕਿ ਸੁਖਮਨੀ ਸਾਹਿਬ ਦੇ ਪਾਠ ਬੀਬੀਆਂ ਕਰਦੀਆਂ, ਗੁਰਬਾਣੀ ਦਾ ਕੀਰਤਨ ਸਾਡੀਆਂ ਭੈਣਾਂ ਬੀਬੀਆਂ ਕਰਦੀਆਂ, ਇੱਥੋਂ ਤੱਕ ਕਈ ਮਾਤਾਵਾਂ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਮੂੰਹ ਜ਼ਬਾਨੀ ਯਾਦ ਹੈ, ਤੇ ਗੁਰੂ ਸਾਹਿਬ ਦੀ ਉਹ ਗੱਲ ਦਿਲ ਵਿੱਚ ਆਉਂਦੀ ਹੈ ਕਿ ਜਿਹੜਾ ਮਹਾਰਾਜ ਨੇ ਆਖਿਆ ਸੀ ਨਾ, ਇੱਕ ਧੀ ਆਪਣੇ ਪਿਓ ਤੋਂ ਮੰਗਦੀ ਹੈ, ਹਰ ਪ੍ਰਭ ਮੇਰੇ ਬਾਬਲਾ ਹਰ ਦੇ ਦਾਨ ਮੈਂ ਦਾਜੋ। ਮੇਰੇ ਬਾਬਲਾ, ਜੇ ਮੈਨੂੰ ਦਾਜ ਦੇਣਾ ਚਾਹੁੰਦਾ, ਮੈਨੂੰ ਨਾਮ ਗੁਰੂ ਦਾ ਸ਼ਬਦ ਦੇਈ, ਹਰ ਕੱਪੜਾ ਦੇਵੋ, ਹਰ ਸੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ। ਮੇਰੇ ਬਾਬਲਾ, ਜੇ ਮੈਨੂੰ ਦਾਨ ਦੇਣਾ ਹੈ ਤੇ ਮੈਨੂੰ ਗੁਰਸਿੱਖੀ ਦਾ ਦਾਨ ਨਹੀਂ, ਇਹ ਸਿੱਖੀ ਦਾ ਦਾਨ ਮੇਰੇ ਲੋਕ ਵਿੱਚ ਵੀ ਕੰਮ ਆਏਗਾ, ਮੇਰੇ ਪ੍ਰਲੋਕ ਵਿੱਚ ਵੀ ਕੰਮ ਆਏਗਾ। ਤੇ ਗੁਰੂ ਕੇ ਸਿੱਖੋ, ਉਹ ਪ੍ਰਪਾਟੀ ਨੂੰ, ਉਹ ਗੁਰੂ ਕੇ ਉਪਦੇਸ਼ਾਂ ਨੂੰ ਤੁਸੀਂ ਸੱਚਮੁੱਚ ਕਮਾਇਆ। ਐਵੇਂ ਨਹੀਂ ਆਖਿਆ ਕਿ ਤੁਹਾਡੀ ਸਿੱਖੀ ਅੱਗੇ ਸਿਜਦਾ ਹੈ। ਬੜੇ ਔਖੇ ਹਾਲਾਤਾਂ ਵਿੱਚ ਦੀ ਲੰਘੇ, ਇੱਥੇ ਆ ਕੇ ਅੱਜ ਅਸੀਂ ਕਹਿੰਦੇ ਹਾਂ ਜੀ ਬੜੀ ਚੜ੍ਹਦੀ ਕਲਾ ਹੈ। ਨਹੁੰ ਕੱਸ ਕੇ ਤੁਹਾਡੇ ਮਿਹਨਤਾਂ ਕੀਤੀਆਂ, ਰਾਤਾਂ ਦੀ ਨੀਂਦ ਗਵਾ ਲਈ, ਸਭ ਕੁਝ ਕੀਤਾ, ਪਰ ਜੋ ਭਾਈ ਸਾਹਿਬ ਸਟੇਜ ਤੋਂ ਬੇਨਤੀ ਕਰ ਰਹੇ ਸਨ ਨਾ, ਉਹ ਧਿਆਨ ਰੱਖਣ ਦੀ ਲੋੜ ਹੈ। ਗੁਰਮੁਖੋ, ਧਿਆਨ ਕੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ ਹੋਏ ਹਨ,
52 ਕਵੀਆਂ ਦੇ ਵਿੱਚੋਂ ਮਹਾਨ ਵਿਦਵਾਨ ਕਵੀ ਭਾਈ ਨੰਦ ਲਾਲ ਜੀ, ਉਹ ਵੀ ਅਫਗਾਨਿਸਤਾਨ ਗਜਨੀ ਤੋਂ ਹੀ ਸਨ, ਜਿਨ੍ਹਾਂ ਦੀ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਬਾਜਾਂ ਵਾਲੇ ਪਾਤਸ਼ਾਹ, ਉਹ ਕਹਿੰਦਾ ਮਹਾਰਾਜ ਲਿਖੀ ਹੈ ਬੰਦਗੀਨਾਮਾ। ਮਹਾਰਾਜ ਬੰਦਗੀਨਾਮਾ ਹੁੰਦਾ ਬੰਦਗੀ ਦਾ ਸੁਨੇਹਾ ਦੇਣ ਵਾਲਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਪੜ੍ਹੀ, ਮਹਾਰਾਜ ਨੇ ਗਲ ਲਾ ਕੇ ਆਖਿਆ, ਨੰਦ ਲਾਲਾ ਬੰਦਗੀਨਾਮਾ ਨਹੀਂ ਜ਼ਿੰਦਗੀਨਾਮਾ ਹੈ। ਮਹਾਰਾਜ ਮੈਂ ਤਲਵਾਰ ਚੱਕ ਲਵਾਂ, ਮੈਂ ਵੀ ਜੰਗ ਲੜਨਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਨੰਦ ਲਾਲਾ ਤੇਰੀ ਕਲਮ ਵੀ ਤਲਵਾਰ ਦਾ ਕੰਮ ਕਰੇਗੀ, ਤੇਰੀ ਕਲਮ ਵਿੱਚ ਤਾਕਤ ਹੈ, ਤੇਰੀ ਕਲਮ ਜਿੱਧਰ ਜਾਏਗੀ ਗੁਰਸਿੱਖਾਂ ਦੇ ਸਿਦਕ ਘਟਦੀ ਜਾਏਗੀ। ਉਸ ਵਿਰਸੇ ਦੇ ਮਾਲਕੋਂ ਤੇ ਜਿੱਥੇ ਭਾਈ ਨੰਦ ਲਾਲ ਜੀ ਵਰਗੇ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭਾ ਵਿੱਚ ਬੈਠਦੇ ਸਨ, ਉੱਥੇ ਹੀ ਕਵੀ ਸੈਨਾਪਤ ਨਾਂ ਦਾ ਇੱਕ ਕਵੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਭਾਈ ਸਾਹਿਬ ਕਹਿ ਰਹੇ ਸਨ, ਸਾਨੂੰ ਸੋਚਣ ਦੀ ਲੋੜ ਹੈ ਆਪਣੇ ਬੱਚਿਆਂ ਬਾਰੇ, ਆਪਣੇ ਆਉਣ ਵਾਲੇ ਫਿਊਚਰ ਬਾਰੇ, ਆਪਣੀ ਪਨੀਰੀ ਬਾਰੇ। ਅੱਜ ਦੀ ਗੱਲ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਗੱਲ ਕੀਤੀ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਵੀ ਹੈ, ਕਵੀ ਸੈਨਾਪਤ, ਉਹਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗ੍ਰੰਥ ਲਿਖਾਇਆ। ਉਹ ਗ੍ਰੰਥ ਦਾ ਨਾਮ ਹੈ ਨੀਤੀ, ਚਾਣਕਿਆ ਨੀਤੀ ਅਸੀਂ ਉਹਨੂੰ ਕਹਿੰਦੇ ਹਾਂ। ਉਸ ਗ੍ਰੰਥ ਵਿੱਚੋਂ ਲਿਖਦਾ, ਮੈਂ ਬਹੁਤ ਸਾਰੇ ਗ੍ਰੰਥ ਪੜ੍ਹੇ, ਬੜੇ ਸਾਰੇ ਸ਼ਾਸਤਰ ਪੜ੍ਹੇ, ਉਹਨਾਂ ਦਾ ਨਿਚੋੜ ਕੱਢਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭਾ 'ਚ ਸੁਣਾਇਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮੈਨੂੰ ਆਖਿਆ, ਸੋਭਾ ਸਿਆਂ, ਆਖਿਆ ਸੈਨਾਪਤ ਸਿਆਂ, ਇਹ ਗ੍ਰੰਥ ਨੂੰ ਤੂੰ ਗੁਰਸਿੱਖਾਂ ਦੇ ਲਈ ਲਿਖ ਦੇ। ਤੇ ਉਹਨਾਂ ਲਿਖਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਵਚਨਾਂ 'ਚੋਂ ਉਹ ਗ੍ਰੰਥ ਪੜ੍ਹਨ ਦਾ ਹੁਕਮ ਹੈ। ਮੇਰਾ ਸਿੱਖ ਹੋਵੇ ਨੀਤੀ ਜ਼ਰੂਰ ਪੜ੍ਹੇ। ਉਹ ਨੀਤੀ ਜਿਹੜੀ ਕਵੀ ਸੈਨਾਪਤ ਤੋਂ ਲਿਖਾਈ ਸੀ, ਉਹਦੇ ਵਿੱਚੋਂ ਲਿਖਦਾ ਹੈ, ਕਹਿੰਦਾ ਮਾਤਾ ਪਿਤਾ ਸੋ 70 ਹੈ, ਮਾਂ ਬਾਪ ਮਾਪੇ ਆਪਣੇ ਬੱਚਿਆਂ ਦੀ ਸੁੱਖ ਲੋੜਦੇ ਆ ਸਦਾ ਹੀ। ਆਪਣੀ ਮਾਂ ਨਾਲੋਂ ਵੱਧ ਕੇ, ਆਪਣੇ ਪਿਤਾ ਨਾਲੋਂ ਵੱਧ ਕੇ ਕੌਣ ਪਿਆਰ ਕਰ ਲਏਗਾ? ਕੋਈ ਗਵਾਂਢੀ ਨਹੀਂ ਪਿਆਰ ਕਰ ਸਕਦਾ। ਤੇ ਗੁਰਮੁਖੋ, ਪਰ ਗੁਰੂ ਸਾਹਿਬ ਉਹ ਕਵੀ ਜੀ ਕਹਿੰਦੇ ਆ, ਗੁਰੂ ਦੀ ਹਜ਼ੂਰੀ ਵਿੱਚ ਬੈਠੇ, ਕਹਿੰਦੇ ਉਹ ਮਾਂ ਬਾਪ ਨਹੀਂ, ਉਹ ਮਾਪੇ ਦੁਸ਼ਮਣ ਹੈ। ਕਿਹੜੇ? ਮਾਤਾ ਪਿਤਾ ਸੋ 70 ਹੈ, ਪੁੱਤਰ ਪੜਾਵਤ ਨਾਹੇ, ਜਿਹੜੇ ਆਪਣੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਨਹੀਂ ਦਿੰਦੇ। ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਸਕੂਲੀ ਵਿੱਦਿਆ ਦੇਣੀ ਚਾਹੀਦੀ ਹੈ, ਦੰਨੇ ਦੀਆਂ ਅੱਗੇ ਨੂੰ ਵੀ ਦੇਵਾਂਗੇ, ਪਰ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਸਕੂਲੀ ਵਿੱਦਿਆ ਦੇਣੀ ਹੈ, ਉੱਥੇ ਗੁਰਮੁਖੋ ਧਰਮ ਦੀ ਵਿੱਦਿਆ, ਉੱਥੇ ਬੱਚੇ ਦੇ ਜਨਮ ਦੇ ਬੱਚੇ ਦੇ ਕੰਨ ਦੇ ਵਿੱਚ ਊੜਾ ਆੜਾ ਆਖੋ, ਇੱਕ ਓੰਕਾਰ ਆਖੋ, ਸਤਨਾਮ ਵਾਹਿਗੁਰੂ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖੋ। ਤੇ ਗੁਰਮੁਖੋ, ਜੇ ਇਹ ਕਰਦੇ ਹੋ ਤਾਂ ਤੁਸੀਂ ਅਸਲ ਮਾਂ ਪਿਓ ਦਾ ਫਰਜ਼ ਨਿਭਾ ਰਹੇ ਹੋ। ਜੇ ਤੁਸੀਂ ਨਹੀਂ ਕਰਦੇ ਤੇ ਮਹਾਰਾਜ ਕਹਿੰਦੇ ਮਾਤਾ ਪਿਤਾ ਸੋ 70 ਹੈ, ਪੁੱਤਰ ਪੜਾਵਤ ਨਾਹੇ, ਸ਼ੋਭਨਾ ਪਾਵਤ ਸਭਾ ਮੈਂ, ਜਿਉਂ ਬਗ ਹੰਸਨ ਮਾਹੇ। ਇਹਨਾਂ ਨੂੰ ਸਾਂਭੋ ਆਪਣੀ ਪਨੀਰੀ ਨੂੰ। ਜਿਵੇਂ ਖਦ ਸਾਹਮਣਾ ਜਤਾਇਆ ਨਾ, ਆਉਣ ਵਾਲੀ ਪਨੀਰੀ ਫੋਨਾਂ ਤੇ ਮੋਬਾਈਲਾਂ ਤੇ ਲੱਗ ਰਹੀ ਹੈ, ਬਿਲਕੁਲ ਇਸ ਗੱਲ ਦਾ। ਪਰ ਕਿਸੇ ਵੀ ਚੀਜ਼ ਨੂੰ ਅਸੀਂ ਵਰਤਣ ਦਾ ਤਰੀਕਾ ਸਾਨੂੰ ਆਉਣਾ ਚਾਹੀਦਾ। ਇਹ ਫੋਨ, ਮੋਬਾਈਲ, ਟੈਬ ਵਗੈਰਾ ਜੋ ਵੀ ਹੈ, ਇਹ ਸਾਡੇ ਸਾਥੀ ਵੀ ਬਣ ਸਕਦੇ ਆ, ਪਰ ਜੇ ਅਸੀਂ ਇਹਨਾਂ ਨੂੰ ਸਹੀ ਤਰੀਕੇ ਨਾ ਵਰਤਿਆ ਤੇ ਸਾਡਾ ਨੁਕਸਾਨ ਵੀ ਕਰ ਸਕਦੇ ਆ। ਹੁਣ ਮੀਡੀਆ ਦੇ ਰਾਹੀਂ, ਸਿੱਖ ਚੈਨਲ ਦੇ ਰਾਹੀਂ ਤੇ ਹੋਰ ਚੈਨਲਾਂ ਦੇ ਰਾਹੀਂ ਦੂਰ ਦੁਰੇਡੇ ਬੈਠੀਆਂ ਸੰਗਤਾਂ, ਦੇਸ਼ਾਂ ਵਿਦੇਸ਼ਾਂ, ਇੰਡੀਆ ਤੱਕ ਬੈਠੀਆਂ ਸੰਗਤਾਂ ਸੁਣ ਰਹੀਆਂ ਨੇ। ਸਾਨੂੰ ਦਿੱਲੀ ਤੋਂ ਸਿੰਘ ਦਾ ਫੋਨ ਆਇਆ ਵੀ ਅਸੀਂ ਬੈਠੇ ਦੇਖਦੇ ਹਾਂ ਗਿਆਨੀ ਜੀ। ਤੇ ਗੁਰਮੁਖੋ, ਇਹ ਵੀ ਦੇਖਿਆ ਜਾ ਸਕਦਾ ਹੈ। ਤੇ ਨਹੀਂ ਤੇ ਜੇ ਅਸੀਂ ਇਸ ਨੂੰ ਸਹੀ ਤਰੀਕੇ ਨਹੀਂ ਵਰਤਾਂਗੇ ਤੇ ਨੁਕਸਾਨ ਵੀ ਹੋਵੇਗਾ। ਇਸ ਲਈ ਆਪਣੇ ਬੱਚਿਆਂ ਨੂੰ ਸਾਂਭਣਾ ਮਾਂ ਪਿਓ ਦਾ ਮੁੱਢਲਾ ਫਰਜ਼ ਹੈ। ਕਿਵੇਂ ਸਾਂਭਣਾ? ਤੁਸੀਂ ਕਿਤੇ ਹੋਰ ਕੀ ਤੋਂ ਪੁੱਛਣ ਜਾਓਗੇ? ਸਾਡੇ ਗ੍ਰੰਥ ਆਪਣੇ ਵੇਖੋ ਖੋਲ ਕੇ, ਗੁਰਬਾਬੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਆਪਣੇ ਖਜ਼ਾਨੇ, ਆਪਣੇ ਗ੍ਰੰਥਾਂ ਨੂੰ ਪੜ੍ਹੋ, ਦੇਖੋ, ਖੋਲੋ। ਜੇ ਨਹੀਂ ਪੜ੍ਹਨੇ ਆਉਂਦੇ ਤੇ ਸੁਣੋ ਵਿਦਵਾਨਾਂ ਦੇ ਕੋਲੋਂ, ਉਹਨਾਂ ਵਿੱਚ ਸਭ ਕੁਝ ਲਿਖਿਆ ਪਿਆ ਹੈ। ਜੋ ਤੁਸੀਂ ਲੱਖਾਂ ਰੁਪਈਆ ਲਾ ਕੇ ਬੱਚਿਆਂ ਨੂੰ ਸਾਂਭਣ ਦੀ ਐਜੂਕੇਸ਼ਨ ਲਓਗੇ ਨਾ ਕਿਤੋਂ, ਉਹ ਆਪਣਾ ਗ੍ਰੰਥ ਸੁਣ ਕੇ, ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਬੱਚਿਆਂ ਨੂੰ ਸਾਂਭਣਾ ਕਿਵੇਂ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭਾ ਵਾਲਾ ਕਵੀ ਸੈਨਾਪਤ ਜਿਹੜਾ ਕਹਿੰਦਾ, ਜਿਹੜਾ ਮੈਂ ਗ੍ਰੰਥ ਲਿਖ ਰਿਹਾ, ਇਹ ਕੋਈ ਐਵੇਂ ਨਾ ਸਮਝੋ ਵੀ ਆਮ ਗ੍ਰੰਥ ਹੈ।
ਉਹ ਕਹਿੰਦਾ ਬਹੁ ਸ਼ਾਸਤਰ ਅਵਲੋਕ ਕੈ ਸੁੰਦਰ ਬਚਨ ਨਿਕਾਰ ਰਾਜਨੀਤ ਸੰਭੂ ਕੋ ਵਰਣਨ ਕਰੋ ਵਿਥਾਰ। ਕਹਿੰਦਾ ਬਹੁਤ ਸ਼ਾਸਤਰ ਪੜ੍ਹੇ, ਬੜੇ ਗ੍ਰੰਥ ਪੜ੍ਹੇ, ਸਾਰਾ ਕੁਝ ਪੜ੍ਹ ਕੇ ਚੰਗਾ ਚੰਗਾ ਨਿਚੋੜ ਕੱਢਿਆ। ਉਹ ਨਿਚੋੜ ਕੱਢ ਕੇ ਕਹਿੰਦਾ ਮੈਂ ਗ੍ਰੰਥ ਲਿਖਿਆ, ਉਹਦੇ ਚੋਂ ਮੈਂ ਸੁੰਦਰ ਬਚਨ ਕੱਢੇ, ਉਹਦੇ ਵਿੱਚੋਂ ਜ਼ਿੰਦਗੀ ਜਿਉਣ ਦੀ ਨੀਤੀ ਕੀ ਹੈ ਉਹ ਮੈਂ ਸੋਹਣੇ ਬਚਨਾਂ 'ਚ ਰੱਖ ਦਿੱਤੀ। ਉਹ ਕਹਿੰਦਾ ਇਹ ਜਿਹੜਾ ਮੇਰਾ ਗ੍ਰੰਥ ਹੈ ਗੁਰੂ ਕੇ ਸਿੱਖੋ ਤੁਹਾਨੂੰ ਗੁਰੂ ਨੇ ਦਿੱਤਾ ਹੋਇਆ ਪਹਿਲਾਂ, ਸਾਨੂੰ ਕਿਤੇ ਚਾਣਕੇ ਕੋਲ ਜਾਣ ਦੀ ਲੋੜ ਨਹੀਂ, ਸਾਨੂੰ ਕਿਤੇ ਤੁਲਸੀ ਦੀ ਨੀਤੀ ਪੜ੍ਹਨ ਦੀ ਲੋੜ ਨਹੀਂ, ਸਾਨੂੰ ਕਿਤੇ ਭਰਥਰੀ ਹਰੀ ਦਾ ਨੀਤੀ ਸ਼ਤਕ ਪੜ੍ਹਨ ਦੀ ਲੋੜ ਨਹੀਂ, ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਵੀਆਂ ਨੇ ਲਿਖ ਕੇ ਦਿੱਤਾ ਹੈ। ਉਹ ਕਹਿੰਦਾ ਜੋ ਜੈ ਸ਼ਸਤਰ ਪੜ੍ਹੈ ਸੋ ਨਰ ਚਾਤੁਰਤਾ ਪਾਵੈ, ਜੋ ਜੈ ਸ਼ਸਤਰ ਪੜ੍ਹੈ ਪਰਮ ਉਪਦੇਸ਼ ਦ੍ਰਿੜਾਵੈ, ਜੋ ਜੈ ਸ਼ਸਤਰ ਪੜ੍ਹੈ ਬਿਨਾ ਕਰਨਾ ਅਨ ਕਰਨਾ, ਜਾਣੈ ਸ਼ੁਭ ਅਸ਼ੁਭ ਕਠਨ ਕਹਿਨਾ ਰਜਰਨਾ। ਕਹਿੰਦਾ ਇਹ ਮੈਂ ਦੇ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਲਿਖ ਤੇ ਮੈਂ ਲਿਖ ਦਿੱਤਾ। ਉਹ ਲਿਖਾਰੀ ਲਿਖਦਾ ਬੱਚਿਆਂ ਨੂੰ ਸਾਂਭਣ ਦੀ ਕਲਾ। ਉਹ ਕੀ ਕਹਿੰਦਾ ਹੈ? ਕਹਿੰਦਾ ਆਪਣੇ ਬੱਚਿਆਂ ਨੂੰ ਸਾਂਭੋ। ਕਿਵੇਂ? ਕਹਿੰਦਾ 5 ਬਰਖ ਤੱਕ ਲਾਡ ਹੈ। ਜਦੋਂ ਬੱਚਾ ਜਨਮ ਲੈਂਦਾ ਨਾ ਉਹਨੂੰ ਮਾਪਿਆਂ ਨੇ ਗੁੜਤੀ ਗੁਰਮਤਿ ਦੀ ਦੇਣੀ ਹੈ। ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ, ਉਹਦੇ ਵਿੱਚ ਦੱਸਿਆ ਕਿ ਬੱਚਾ ਜਿਹੜਾ ਜਨਮ ਸੰਸਕਾਰ ਉਹ ਕਿਵੇਂ ਕਰਨਾ ਹੈ। ਜਦੋਂ ਬੱਚਾ ਜਨਮ ਲੈਂਦਾ ਉਹਨੂੰ ਕਿਸ ਤਰੀਕੇ ਸਾਂਭਣਾ ਹੈ, ਔਰ ਉਹਨੂੰ ਮਾਂ ਨੇ ਪਿਓ ਨੇ ਉਹਨੂੰ ਗੁੜਤੀ ਗੁਰਮਤਿ ਦੀ ਦੇਣੀ ਹੈ। ਜਦੋਂ ਬੱਚੇ ਦਾ ਜਨਮ ਹੋਵੇ ਘਰ ਦੇ ਵਿੱਚ ਬਾਣੀ ਦਾ ਪ੍ਰਭਾਵ ਹੋਵੇ। ਇੱਥੋਂ ਤੱਕ ਜਦੋਂ ਬੱਚਾ ਮਾਂ ਦੇ ਉਦਰ ਦੇ ਵਿੱਚ ਹੈ ਉਸ ਵੇਲੇ ਵੀ ਘਰ ਦੇ ਵਿੱਚ ਬਾਣੀ ਦਾ ਪ੍ਰਭਾਵ ਹੋਵੇ। ਤੇ ਗੁਰਮੁਖੋ ਉਸ ਜਦੋਂ ਬੱਚੇ ਨੇ ਜਨਮ ਲੈ ਲਿਆ 5 ਸਾਲ ਉਹਨੂੰ ਪਿਆਰ ਨਾਲ ਸਾਂਭੋ, ਬਾਣੀ ਪੜ੍ਹੋ, ਬਾਣੀ ਸੁਣਾਓ, ਬਾਣੀ ਦੇ ਸ਼ਬਦ ਉਹਦੇ ਕੰਨਾਂ 'ਚ ਪੈਣ। ਤੇ ਕਹਿੰਦੇ 5 ਬਰਖ ਤੱਕ ਲਾਡ ਹੈ ਤਾੜਨ ਹੈ ਖਟ ਮਾਹੇ। ਜਦੋਂ 6 ਸਾਲ ਦਾ ਹੋ ਗਿਆ ਨਾ ਉਦੋਂ ਉਹਨੂੰ ਚੰਗੇ ਬੁਰੇ ਦੀ ਪਹਿਚਾਣ ਸਮਝਾਉਣੀ ਸ਼ੁਰੂ ਕਰ ਦਿਓ। ਕਿਤੇ ਗਲਤੀ ਕਰਦਾ ਥੋੜਾ ਡਾਂਟਣਾ, ਕੁੱਟਣਾ ਨਹੀਂ, ਮਾਰਨਾ ਨਹੀਂ ਬੱਚੇ ਨੂੰ, ਥੋੜਾ ਝਿੜਕਣਾ ਲੋੜ ਅਨੁਸਾਰ। 6 ਸਾਲ ਤੋਂ ਬਾਅਦ ਸ਼ੁਰੂ ਕਰ ਦਿਓ। ਕਹਿੰਦਾ ਪੁੱਤਰ ਮਿੱਤਰ ਤਬ ਹੋਤ ਹੈ ਜਬ ਖੋੜਸ ਤੱਕ ਜਾਏ। ਕਹਿੰਦਾ 6 ਸਾਲ ਤੋਂ ਲੈ ਕੇ 16 ਸਾਲਾਂ ਤੱਕ 10 ਸਾਲ ਹੈ ਤੁਹਾਡੇ ਕੋਲ। 5 ਸਾਲ ਬੱਚੇ ਦੀ ਬੁੱਧੀ ਵਿਕਾਸ ਕਰਨ ਦੀ ਹੈ। ਉਹਨੂੰ ਝਿੜਕੋ ਨਾ, ਉਹਨੂੰ ਡਰਾਓ ਨਾ, ਉਹ 'ਤੇ ਸਹਿਮ ਨਾ ਪਾਓ, ਕਿਉਂਕਿ ਜਦੋਂ ਉਹਨੂੰ ਡਰਾਓਗੇ, ਧਮਕਾਓਗੇ, ਝਿੜਕੋਗੇ ਉਹਦੀ ਜਿਹੜੀ ਬੁੱਧੀ ਹੈ ਉਸ ਡਰ ਵਿੱਚ ਪੈ ਕੇ ਵਿਕਾਸ ਨਹੀਂ ਕਰੇਗੀ। 5 ਸਾਲਾਂ ਤੱਕ ਉਹ ਜਿਹੜੀ ਮੁੱਢਲੀ ਚੀਜ਼ ਜ਼ਿੰਦਗੀ 'ਚ ਲੋੜੀਂਦੀਆਂ ਨੇ, ਤੁਰਨਾ ਫਿਰਨਾ, ਬੋਲਣਾ, ਖਾਣਾ ਪੀਣਾ, ਇਹ ਸਾਰਾ ਕੁਝ ਉਹਨੇ ਸਿੱਖਣਾ ਹੈ। ਜ਼ਿੰਦਗੀ ਵਿੱਚ ਜੋ ਕੁਝ ਅਸੀਂ ਕਰਦੇ ਹਾਂ ਸਾਧ ਸੰਗਤ ਅੱਧਾ ਜਿਹੜਾ ਬਹੁਤ ਲੋੜੀਂਦਾ ਉਹ 5 ਸਾਲਾਂ ਵਿੱਚ ਬੱਚਾ ਸਿੱਖ ਲੈਂਦਾ। ਉਸ ਤੋਂ ਬਾਅਦ ਤੁਸੀਂ ਉਹਨੂੰ ਜੀਵਨ ਜਾਂਚ ਸਿਖਾਉਣੀ ਹੈ, ਤੁਸੀਂ ਉਹਦਾ ਜੀਵਨ ਘੜਨਾ ਹੈ। ਅਹਰਣ ਮਤ ਵੇਦ ਹਥਿਆਰ, ਘੜੀਆ ਸ਼ਬਦ ਸੱਚੀ ਟਕਸਾਲ ਦੇ ਵਿੱਚ ਗੁਰੂ ਦੀ ਵਿੱਚ ਉਹਦਾ ਜੀਵਨ ਘੜਨਾ ਹੈ। ਤੇ ਉਹ ਕਹਿੰਦੇ ਆ ਤਾੜਨ ਹੈ ਖਟ ਮਾਹੇ ਪੁੱਤਰ ਮਿੱਤਰ ਤਬ ਹੋਤ ਹੈ ਜਬ ਖੋੜਸ ਤੱਕ ਜਾਹੇ। ਜਦੋਂ ਬੱਚਾ 6 ਤੋਂ ਲੈ ਕੇ 16 ਤੱਕ ਜਾਂਦਾ 10 ਸਾਲ ਤੁਸੀਂ ਉਹਦੇ ਟੀਚਰ ਬਣ ਕੇ ਉਹਦੇ ਜੀਵਨ ਨੂੰ ਸਾਂਭਣਾ, ਉਹਨੂੰ ਸਿਖਾਉਣਾ ਕਿ ਕਿਸ ਤਰ੍ਹਾਂ। ਤੇ ਜਦੋਂ 16 ਸਾਲ ਦਾ ਹੋ ਗਿਆ ਉਦੋਂ ਬਾਅਦ ਤੁਹਾਡੀ ਸਿਖਾਈ ਹੋਈ ਸਿੱਖਿਆ ਉਹਦੇ ਕੋਲ ਹੋਣੀ ਚਾਹੀਦੀ ਹੈ। ਗੁਰਮੁਖੋ 16ਵੇਂ ਸਾਲ ਵਿੱਚ ਜਾ ਕੇ ਤੁਸੀਂ ਉਹਦੀ ਸਲਾਹ ਲਓ ਕਿ ਪੁੱਤਰ ਜਿਹੜਾ ਕੰਮ ਅਸੀਂ ਤੈਨੂੰ ਦੱਸਿਆ ਸੀ ਤੂੰ ਦੱਸ ਆਪਾਂ ਕਿਵੇਂ ਇਹ ਕਰੀਏ। ਤੇ ਤੁਹਾਡੀ ਜਿਹੜੀ ਦਿੱਤੀ ਹੋਈ ਸਲਾਹ ਹੈ ਨਾ ਗੁਰਮੁਖੋ, ਉਹ ਸਲਾਹ ਫਿਰ ਉਹਦੇ ਹੱਡਾਂ ਵਿੱਚ ਰਚ ਜਾਏਗੀ। ਇਹ ਕੰਮ ਸਾਨੂੰ ਕਰਨੇ ਚਾਹੀਦੇ। ਮਾਫ਼ ਕਰਨਾ ਅੱਜ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਵਿਸਲੇ ਹੋ ਗਏ। ਠੀਕ ਹੈ ਪੈਸਾ ਬਹੁਤ ਕਮਾ ਰਹੇ ਹਾਂ, ਹੈ ਵੀ ਔਰ ਕਮਾਉਣਾ ਵੀ ਚਾਹੀਦਾ, ਪਰ ਸਾਰਾ ਕੁਝ ਸਕੂਲ ਦੇ ਉੱਤੇ ਨਾ ਛੱਡ ਦਿਓ, ਸਾਰਾ ਕੁਝ ਟੀਚਰਾਂ 'ਤੇ ਨਾ ਛੱਡ ਦਿਓ। ਇਹ ਗੱਲ ਕਹਿਣੀ ਗਿਆਨੀ ਜੀ ਜ਼ਮਾਨਾ ਇੱਦਾਂ ਦਾ ਹੋ ਗਿਆ, ਬਿਲਕੁਲ ਮੈਂ ਤੁਹਾਡਾ ਸਾਡਾ ਗੁਰੂ ਕੇ ਸਿੱਖੋ ਇਹੋ ਜਿਹੇ ਗੁਰਸਿੱਖ ਮੈਂ ਤੁਹਾਨੂੰ ਦਿਖਾ ਸਕਦਾ ਤੁਹਾਡੇ 'ਚੋਂ ਹਨ, ਤੁਹਾਡੇ ਘਰਾਂ 'ਚ ਹਨ, ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੀਆਂ ਬੱਚੀਆਂ, ਜਿਨ੍ਹਾਂ ਦੇ ਲੜਕੇ ਲੜਕੀਆਂ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ, ਸ਼ਾਮ ਨੂੰ ਰਹਿਰਾਸ ਸਾਹਿਬ, ਦਿਨ ਰਾਤ ਗੁਰੂ ਦੀ ਬਾਣੀ ਵਿੱਚ ਜੀਵਨ ਜਿਉਂਦੇ ਹੈ। ਤੇ ਗੁਰੂ ਕੇ ਸਿੱਖੋ ਜੇ ਉਹਨਾਂ ਦੇ ਉੱਤੇ ਜ਼ਮਾਨੇ ਦਾ ਅਸਰ ਨਹੀਂ ਤੇ ਸਾਡੇ 'ਤੇ ਕਿਉਂ? ਇਹਦਾ ਮਤਲਬ ਅਸੀਂ ਜ਼ਮਾਨੇ ਦੇ ਹਾਣੀ ਤਾਂ ਹੋ ਗਏ ਹਾਂ ਪਰ ਗੁਰਮਤਿ ਦੇ ਹਾਣੀ ਨਹੀਂ ਹੋਏ। ਇਸ ਲਈ ਜਿਸ ਤਰ੍ਹਾਂ ਭਾਈ ਸਾਹਿਬ ਨੇ ਆਪਣਾ ਖਦਸ਼ਾ ਇਹਨਾਂ ਜਤਾਇਆ ਨਾ ਵੀ ਪਨੀਰੀ ਨੂੰ ਸਾਂਭੀਏ,
सचमुच लोड़ है। ये ना होवे किते जिस तरह भाई साहब ने कल मैंने एक ने दसिया सी कि ज्ञानी जी किते कौडियां दे बट्टे हीरे ना गवा दईए, उस तरीके अपने बच्चों को अगे साਂਭ के गुरमत वाले पासे लाउणा है। सो ये तुसी उदम शलाघायोग है जो सरबत का भला तो करते ही करते हैं, ਉਹਦੇ ਵਿੱਚ ਅਸੀਂ ਆਪਣੇ ਆਉਣ वाले समय ਵਿੱਚ ਕਿਵੇਂ ਗੁਰਸਿੱਖੀ ਨੂੰ ਸਾਂਭਣਾ ਉਹ ਵੀ ਕਰਨਾ। आओ रल मिल के गुरु ਦੇ गुण गाइए, सारे एक शब्द ਵਿੱਚ हाजरी लवाओ ਅਤੇ गुरमत ਦੀ विचार ਨਾਲ जुड़िए। सारे आखो जो जन तुमरी भगत करंते तिनके काज सवारता, जो जन तुमरी जो जन तुमरी भगत करंते तिनके काज सवारता, जो जन तिनके काज सवारता, तिनके काज सवारता, तिनके तिनके काज सवारता, तिनके काज सवारता, तिनके गोपाल तेरा यारता, जो जन तुमरी भगत करन ते तिनके काज सवारता। जेड़ा गुरु का हो गया गुरमुखो, अज की गल किते मुढ़ा का जिन्हें गुरु दे अगे अपना आपा अर्पण किया, गुरु ने उहदा कारज सवारे ही सवारे। किते अज की गल गुरु ग्रंथ साहब की बाणी जदों पढ़ते, एक शब्द गुरु घर में रोज़ दिन च 2 बारी पढ़िया जाता। एक बार आसा की बार विच, एक बार शाम नूं रहरास साहिब विच। वो 2 बार तां पढ़िया जाता है ताकि गुरु क्या सिखां दा निश्चा गुरु दे उत्ते बनिया रहे। शब्द केड़ा है? हर जुग जुग भगत उपाया, पैज रखदा आया राम राजे। उस शब्द विच किन्नियां किन्नियां उदाहरणां दत्तियां। हरनाक्ष दुष्ट हर मारिया, प्रहलाद तराया, किन्नियां किन्नियां उदाहरणां दत्तियां। महाराज साहब कहंदे अहंकारियां निंदकां पिठ दे, नाम दिओ मुख लाया। गुरबाणी विच उदाहरणां दत्तियां। फेर दिया देवरा नामे को, पंडियन को पिछवार ला। जिन्हें उहदी भगती कीती, गुरु ने उहदी बांह फड़ी, परमेश्वर ने उहदी फड़ी बांह फड़ी, उहदी बौड़ी कीती। जे दुनिया ने धक्के मारे, भगत ने नामदेव नूं बाणी विच लिखिया ना, हस्त खेल तेरे देहरे आया, भगत करत नामा पकड़ उठाया। हीनड़ी जात मेरी जात मराया, शीपे के जन्म काहे को आया। लै कमली चलियो पलटाए, देवरे पाछे बैठा जाए। ज्यों ज्यों नामा हर गुण उचरै, भगत जना को देवरा फिरै। भगतां दे लई उन्हें देवरा घुमा के रख दिता ते अपने भगतां दी रखदा बांह फड़दा है। जेड़ा उहदी करे काज सवारता जी, तिनके काज सवारता, काज सवारता, तिनके काज सवारता, तिनके काज सवारता, काज। गुरु अपने सिख दे सतगुर सिख के बंधन घट है। भाई नंद लाल की गल आपां कर लईए थोड़े समय में। भाई नंद लाल गजनी विच जन्मे। वो किते गुरु नूं देखना होवे ते भाई नंद लाल की अख नाल देखो। भाई नंद लाल ने जिस तरीके गुरु गोबिंद सिंह महाराज नूं देखिया, गुरमुखो शायद कोई ऐसा बंदा होएगा जिन्हें गुरु गोबिंद सिंह महाराज की जदों उस्तत करनी है तो भाई नंद लाल नूं विच ना लिया होवे, उन्हां दी उदाहरण दत्ती हो। भाई नंद लाल गुरु गोबिंद सिंह महाराज नूं जदों वेखदा है, इस तरीके वेखदा है कि आपां मानस काकर रूप ना जान, शरीर अब हड्ड मास का नहीं वेखदा। वो गुरु नूं वेखदा भी ये जिहड़ा गुरु है रब है। किसी ने भाई नंद लाल नूं पुछया, भाई नंद लाल जी रब दे दर्शन करने होण ते किहदे करिए, किवें करिए? भाई नंद लाल कहंदा दीन दुनिया दरक मंदे, आपरी रुखसारे मां, हर दो आलम कीमते यक तार मुए यारे मां। अगे वो कहंदे है, कहंदे दर्द हाने मरदाने खुदा मदन। दुनिया दे विच दर्द हाने
वो खुदा का बंदा आया, मरदाने खुदा आमदंद बर गुमशुदगा राहनुमा आमदंद, भुले हुए लोगों को राह दिखाने लई आया। गोया अगर ई चश्मे तो मुश्तक के खुदा है नंद लाल, जे तू इन्हां अखां दे नाल खुदा नूं वेखना चाहुंदा है, गोया अगर ई चश्मे तो मुश्तक के खुदास्त मरदाने खुदा खुदा नुमा आमदंद, वो जिहड़ा खुदा दा बंदा गुरु गोबिंद सिंह है, ये खुद खुदा आया जिन्हें नेड़े हो के वेख्या। गुरु महाराज सच्चे पातशाह दे कोल भावें भाई नंद लाल परिवार दे विच जिहड़ा परिवारक उन्हां दा पिछला पिछोकड़ है, एक बरागी परिवार विच जन्म होया, बरागी संप्रदाय नूं मनण वाले है। पर जिस वेले छोटी उम्र में भाई साहब के गल च कंठी पाउण लगे ना, बरागी साधु नूं सद्दिया है, उन्हें आख्या नहीं ये कंठी नहीं पाउणी। कहंदे होर, कहंदे मेरे बरागी जी वो कंठी पा जिहड़ी कंठी मेरा लोक परलोक सवार देवे। जिवें गुरु नानक देव जी ने आख्या सी ना, पंडित जी मैनू जनेऊ पाउण लगे हो, मैनू वो जनेऊ पाई जिहड़ा जनेऊ मेरा लोक परलोक विच साथी होवे। ये नहीं कि तक कपाहों कत्ती है बामण वट्टे आए, कोई वखरा बकरा न खाया सब को आखै पाए, होए पुराना सट्टी है भी फिर पाइया होर, नानक तग न टुटी जे तग होवे जोर। वो उसे विचारधारा नूं लैके छोटी उम्र विच नंद लाल साध संगत जी वो कंठी असल कंठी जो हिरदे विच रखनी है उहदी भाल विच लग पिया। कवि संतोख सिंह ने जिस तरीके लिखा तो भाई नंद लाल जी बारे बहुत तरीक़ों नाल इतिहास सुनाया जाता है, पर जो साडा पंथ प्रमाणिक ग्रंथ है उहदे विच लिखिया मिलता है कि जिस वेले भाई नंद लाल जी जवानी विच आए, जदों जवानी विच आए है ना, किसी दे कोलों गुरु की शोभा सुनी। गुरमुखो संगत का बड़ा असर है जीवन में, यही संगत है जीवन को साध संगत जी जन्नत में पहुँचा सकती है। यही संगत है बंदे नूं जहन्नम जिन्हों कहने नरक च पहुँचा सकती है। भाई गुरदास जी ने एवं नहीं लिखा, काहूँ दशा के पवन बादर कै बरखा हुआ है, काहूँ दशा के पवन बादर बिलात है, काहूँ की संगत मिल जीवन मुक्त हुए, काहूँ की संगत मिल जमपुर जात है। किसी गुरसिख की संगत मिले, जिस वेले गुरसिख की संगत मिले, भाई नंद लाल चल के गुरु गोबिंद सिंह महाराज के चरनी आ गया। जिस वेले गुरु गोबिंद सिंह महाराज के दर्शन किए है ना जी, तो सच जाणिओ काबल वालिओ मुल्तान वालिओ, वो भाई नंद लाल उन्हां दी गुरसिੱਖੀ अगे सिजदा, जिन्ना गुरु गोबिंद सिंह महाराज नूं अपने हिरदे च वसाया, इत्थे बिठाया, गुरु दा ही हो गया। बड़ा विद्वान सी भाई नंद लाल, फारसी का अरबी का, उन्हां जैसा विद्वान उस जमाने में लभना मुश्किल सी। जिहड़ा औरंगजेब की सभा दे विच गुरमुखो 750 विद्वान आलम फाजल वो कुरान शरीफ की आयत पढ़ते हैं, उत्थे नौकरी करता सी भाई नंद लाल। मुंशी सी बहादुर शाह दे कोल, जो पहला उहदा नाम बहादुर शाह नहीं सी, पहला उहदा नाम शाह मुअज्जम सी। शाह मुअज्जम कोल नौकरी करता सी मुंशी दी। औरंगजेब की सभा विच किते कुरान शरीफ की किसी आयत की गल चल पई। कुरान शरीफ जो पढ़न लगे ना, क्योंकि जदों इन्हूं पढ़ते हैं ना तो फिर पढ़ाते हैं विद्वान। मैं भी कुछ समा 2-3 साल विद्वानों को लाए, विशेष करके मदरसे विच लाए। पहला मैनूं उन्होंने जिहड़ा पढ़ाया अरबी का कायदा, फिर नूरानी कायदा वगैरह, फिर अम्मा पारा पढ़ाया, फिर शुरू करवाई कुरान आऊज़ु बिल्लाहि मिनश्शैतानिर रजीम बिस्मिल्लाहिर रहमानिर रहीम इय्याका नअबुदु व इय्याका नस्तईन इहदिनिस सिरातल मुस्तकीम। ये सारा पढ़ाते हैं ना। भाई नंद लाल जी कोल जो विद्या सी वो मुसलमानों कोल भी विद्या नहीं सी। औरंगजेब की सभा दे विच जिस वेले गुरमुखो किते कुरान शरीफ की आयत पढ़ी गई, वामा खलकतुल जिन्ना वल इंसा इल्ला लियाबुदून, जदों कुरान पढ़ी औरंगजेब नूं वो किसी एक तो भी तसली ना हुई। वो बार बार वो अर्थ करन, वो कवे ना, रोज़ वो अर्थ करन ना, रोज़ वो अर्थ करन, औरंगजेब नूं तसली ना हुई। एक दिन उसका पुत्र बैठा सभा विच, वो पुछण उन्होंने कहना तू सुना दे, तू भी तो पढ़दा है। वो आख्या कहता कल नूं दोपहर नूं सुनाऊंगा तेनों अर्थ। टाइम लैके चला गया।
जाके उदासी विच बैठा सी। भाई नंद लाल ने पुछया कि शहजादे किस गल तो उदास है? उन्हें आख्या मेरे पिता ने एक मेरे सामने एक सवाल रख दिता, कुरान की आयत का उलत्था मैं करना है, ट्रांसलेशन मैं करनी है, मुताला मैं करना है, वह मैं उन्होंने दसना, लोगों को समझाना भी इसका की अर्थ है, तो मैनू आउंदा नहीं। उन्हें जो दसिया ना, इस वेले बहादुर शाह ने जाके सभा च दसिया, औरंगजेब के मुलाने, काजी, मुफ्ती, मौलवी, हाफिज जिन्ना नाजरा किया, सारे विद्वान बैठे सन। उन्हें वेख्या कि जो इन्हें अर्थ किए साढ़े कोल है नहीं। तो औरंगजेब ने आख्या बंदा कौन है जिन्हें तेनों अर्थ सिखाए? वो कहता ये साडा मुनशी है। कहता मैनू मिला खां। जो मिलाया वेख्या औरंगजेब दे सप लड़ गया। कहता वो एडा वड्डा विद्वान तो होवे गैर मुसलमान, ये इस्लाम च चाहिए जिमें किमें करो। अपने आप में बड़ा यतन करते हैं शासन। आपां ते अपनी जातां पातां कढ़ के नहीं राजी एक दूजे दे विचों। ये बंदे आ जिहड़े कहंदे आ भी तुसीं साडे इस्लाम विच आ जाओ, इतिहास च कितना कुछ लिखिआ, असीं तुहानूं धीआं दे डोले दिंदे ते की कुछ नहीं करते अपने धर्म के लिए। जिवें भाई बलदीप सिंह ने आख्या ना, सामीए अपने आने वाले फ्यूचर में, सानू इन्हां चीज़ों तो उत्ते उठ के अपने धर्म नूं सामना पेगा, फिर असीं अगे वधांगे। भाई नंद लाल लई भी आख्या इनू शाम दाम दंड भेद जिहड़े भी है, इनू पैसे नाल, इनू डरा के धमका के भेद दे नाल इनू इस्लाम विच लियाओ। जिस वेले इनू पता लगा, भाई नंद लाल फिर गुरु गोबिंद सिंह महाराज को फिर जाके उत्थे चरनी डिग्गा। तो गुरु गोबिंद सिंह महाराज साहब सच्चे पातशाह की जदों शरण में आए, फिर गुरु गोबिंद सिंह महाराज ने आख्या नंद लाल, उन्हें आख्या महाराज मैनू मुसलमान बनाना चाहता है। गुरु गोबिंद सिंह साहब कहते नंद लाल फिक्र ना कर, जिहड़ा गुरु नानक दे दर नाल जुड़ गया वो ये दुनिया च भी सुखी ते अगे परलोक च भी सुखी। तो भाई नंद लाल नूं गुरु गोबिंद सिंह महाराज ने अपनी शरण नाल ला के ते अपना बनाया। वो भाई नंद लाल की भावना, आखिरी घटना कह के मैं समाप्ति कर देवां क्योंकि समा। भाई नंद लाल की भावना, गुरु जी हाथ में इतना एक पत्थर फड़ के उत्ते सुटते, कदे थले उपर सुटते, कदे फिर पुछ लेंदे। सिख बैठे आ किन्ने सारे कोल बैठे। महाराज देखद्या किते हाथ चों पत्थर छुटिया, कोल वगदी नदी विच रुड़ गया। महाराज पुछदे गुरसिखो पत्थर क्यों रुड़ गया पानी विच? कोई कहंदा महाराज पानी च तां रुड़ गया, पानी का सुभाव है कि वो चीज़ नूं डोब लैंदा है। दूजे नूं पुछया भाई क्यों रुड़ गया? महाराज पत्थर का सुभाव है भारा, पानी च डुब जाता है। तो भाई नंद लाल नूं गुरु जी ने पूछा नंद लाला पत्थर पानी च क्यों डुब गया? भाई नंद लाल दे अखां च हंझू आ गए, गल भर आया। महाराज कदे भी ना डुबदा, जे तुहाडे हत्थां च रहिंदा ये डुब तां गया। गुरु गोबिंद सिंह साहब तुहाडे हत्थां चों निकल गया, जिहड़ा तुहाडे हत्थां चों निकलिया इत्थे भी डुबिया ते उत्थे भी डुबिया। इसलिए गुरमुखो वो भाई नंद लाल जी दे नगरों उन्हां दे देश चों आए आपां, उन्हां दी तसीर है तुहाडे विच। जे कदे गुरसिੱਖੀ सिखनी होवे तो भाई नंद लाल नूं जीवन च जरूर पढ़िओ, उन्हां दा जीवन जरूर पढ़िओ। तो गुरु के गुरमुखो सच जाणिओ तो फिर गुरसिੱਖੀ कमाउण दा आनंद आ जाएगा। जिहड़ी सिੱਖੀ कई तरह की इतिहास विच आउंदी ना, धंधे की देखा देखी की, वो सिੱਖੀ भाई नंद लाल की नहीं। भाई नंद लाल की सिੱਖੀ प्रेम की सिੱਖੀ अते सिदक की सिੱਖੀ है, उन्होंने कमाउण दा असीं यतन करना है। ये जिहड़े गुरमत समागम उलीके जा रहे हैं ਜਾਂ उलीके गए हैं, जिन्नियां संगतां दे विच हाज़रियां लवारियां वडभागे हो। और मैं सचमुच ही अपने दिलों कदर करदा कि ऐसे इंग्लैंड की धरती उत्ते ऐसे सुंदर प्रोग्राम उलीकने और उन्हां दे विच गुरमत समागम गुरमत की गल करनी। इत्थे ये नहीं कि कला लंगर की गल की जा रही, बहुत सोहना लंगर है, ਉਹਦੇ ਨਾਲ लंगर के नाल अपने बच्चों के भविख की गल हो रही है। ਉਹਦੇ ਲਈ मैं ਤੁਹਾਨੂੰ ਵਧਾਈ ਦਿੰਦਾ ਅਤੇ ਤੁਹਾਡੀ ਗੁਰਸਿੱਖੀ ਦੇ प्रति जो शरधा प्रेम है, गुरसिੱਖੀ ਦੇ ਲਈ जो ਤੁਹਾਡੀ भावना है, जो गुरसिੱਖੀ ਦੇ ਲਈ ਤੁਸੀਂ अपना आपा समर्पण किया है ਅਤੇ जो कुछ ਚੱਲਿਆ ऐसी ਤੁਹਾਡੀ गुरसिੱਖੀ ਨੂੰ मैं नमस्कार करता होया फतेह बुलाउणा। आखो जी वाहिगुरू जी का खालसा वाहिगुरू जी की फतेह।